निस्वासर आराध निस्वासर आराध जाला के उठ नाम जप चला के उठ नाम जप निस्वासर आराध निस्वासर आराध चला के उठ नाम जप चला के उठ नाम जप निस्वासर आराध निस्वासर आराध द्वारा तुझे ना व्यापी द्वारा तुझे ना व्यापी नानक मिठे उपाद नानक मिठे उपाद निस्वासर आराध निस्वासर आराध चला के उठ नाम जप चला के उठ नाम जप चचा चूरन मिट तुम्हारो चचा चूरन मिट तुम्हारो राम नाम स्यो कर व्यवहारो राम नाम स्यो कर व्यवहारो निस्वासर आराध निस्वासर आराध निस्वासर आराध चला के उठ नाम जप
जाके हृदय होत है पिया जाके हृदय होत पाओ पिया होत पाओ पिया इस बासुरे चरक सम्मल बाप सर तेरे मन में चरक सम्मल बाप तेरे मन कथा साध संग सुनुआ मृत कथा साध संग सुनुआ साध संग सुनुआ इस बासर आराध इस बासर
बिटे बात निस्बासर आराध निस्बासर आराध चढ़ा के उठ नाम जप चला के उठ नाम जप नाम जप चला के उठ गुर सतगुर का जो सिख अखाए चला गए उठ गुर सतगुर का जो सिख अखाए सो भल के उठ हर नाम ध्यावे सो भल के उठ हर नाम ध्यावे भल के उठ पराउना मेरे घर आओ भल के उठ पराउना मेरे घर आओ पाँव पखाला तिसके मन तन नितमाओ नाम सुने नामे सुंग रहे नामे लिव लाओ वह धन सब पवित्र होए जहाँ लागे उठ नाम जप निस्बासुर आराध कह धन सब पवित्र होए हर के गुण गाओ अमृत वेला सजना वड्याई विचार जला के उठ नाम जप निस्बासुर आराध निस्बासुर आराध निस्बासुर आराध दिन राति आराधो प्यारे निमख न कीजै ढीला निस्बासुर आराध दिन राति आराधो प्यारे उठत बैठत सोवत जाइए उठत बैठत सोवत ध्याइए मार्ग चलत हर हर गाइए उठत बैठत सोवत नाम निस्बासुर आराध जहाँ लागे उठ निस्बासुर आराध तारा तुझे न व्यापे नानक मिटे उपाय तारा तुझे न व्यापे
ਦਾ ਗਿਰਿਆ ਹੋਇਆ ਚਾਰ ਚੁਫੇਰਿਆ ਜੀਵਨ ਬਤੀਤ ਕਰ ਰਹੇ। ਕਿਸੇ ਪਾਸੇ ਨਿਗਾਹ ਮਾਰ ਕੇ ਵੇਖੋ, ਮਤ ਕਿਤੇ ਐਸਾ ਸੋਚਣਾ ਜਿਹਦੇ ਕੋਲ ਪਦਾਰਥ ਘੱਟ ਨੇ ਉਹੀ ਚਿੰਤਾ ਕਰਦਾ ਹੈ, ਜਿਹਦੇ ਕੋਲ ਪਦਾਰਥ ਨਹੀਂ ਨੇ, ਮਾਇਆ ਨਹੀਂ ਹੈ, ਉਹਦੇ ਮਨ ਦਾ ਐਸਾ ਤੋਖਲਾ ਹੈ, ਐਸਾ ਖਿਆਲ ਹੈ ਉਹਦੇ ਮਨ ਦਾ ਵੀ ਮੇਰੇ ਕੋਲ ਥੋੜੀ ਹੈ, ਘਾਟ ਵਿੱਚ ਹਾਂ, ਇਸ ਕਰਕੇ ਮੈਂ ਜ਼ਿਆਦਾ ਚਿੰਤਾ ਵਿੱਚ ਹਾਂ। ਚਿੰਤਾਵਾਂ ਦੇ ਘੇਰੇ ਵਿੱਚ ਸਭ ਸੰਸਾਰ ਤੁਰਿਆ ਫਿਰਦਾ, ਸਭ ਸੰਸਾਰ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਾਣੀ ਅੰਦਰ ਫੈਸਲਾ ਕੀਤਾ ਹੈ, ਚਿੰਤਤ ਹੀ ਦਿਸ਼ਾ ਸਭ ਕੋਈ। ਸਭ ਕੋਈ ਵਿੱਚ ਅਮੀਰ ਵੀ ਆ ਜਾਂਦੇ ਨੇ, ਗਰੀਬ ਵੀ ਆ ਜਾਂਦੇ ਨੇ, ਸ਼ਹਿਨशाह ਵੀ ਆ ਜਾਂਦੇ ਨੇ, ਕੰਗਾਲ ਵੀ ਆ ਜਾਂਦੇ ਨੇ, ਸਭ ਆ ਜਾਂਦੇ ਨੇ ਉਹਦੇ ਅੰਦਰ, ਸਭ ਕੋਈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਜਿਹੜਾ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ, ਗੌੜੀ 52 ਅੱਖਰੀ ਮਹਿਲਾ 5ਵਾਂ 255 ਪੰਨੇ ਉੱਤੇ ਪਵਿੱਤਰ ਸ਼ਬਦ ਦੀ 25ਵੀਂ ਪੌੜੀ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ, ਚੱਲ ਅੱਗੇ ਉੱਠ ਨਾਮ ਜਪ ਨਿਸ ਬਾਸਰ ਹਾਰਾ। ਨਿਸ ਕਹਿੰਦੇ ਨੇ ਰਾਤ ਨੂੰ, ਬਾਸਰ ਕਹਿੰਦੇ ਨੇ ਦਿਨ ਨੂੰ। ਕਹਿੰਦੇ ਦਿਨ ਤੇ ਰਾਤ ਉਸ ਪਰਮੇਸ਼ਰ ਦੀ ਆਰਾਧਨਾ ਕਰ, ਅੰਮ੍ਰਿਤ ਵੇਲੇ ਉੱਠ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੱਚ ਨਾਮ ਵਡਿਆਈ ਵਿਚਾਰ ਦਾ ਵੇਲਾ। ਤੇ ਇਹਦਾ ਫਲ ਪ੍ਰਾਪਤ ਤੈਨੂੰ ਕੀ ਹੋਵੇਗਾ, ਇਹਦੇ ਮੁਕਾਬਲੇ ਵਿੱਚ ਮਿਲੇਗਾ ਕੀ? ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ, ਕਾਰਾ ਤੁਝੇ ਨਾ ਵਿਆਪੇ। ਕਾਰਾ ਕਹਿੰਦੇ ਨੇ ਝੋਰੇ ਨੂੰ, ਚਿੰਤਾ, ਫਿਕਰ। ਨਿੱਕੇ ਨਿੱਕੇ ਬੱਚੇ ਜਦੋਂ ਇਮਤਿਹਾਨ ਹੁੰਦੇ ਨੇ ਨਾ, ਜਿਨ੍ਹਾਂ ਦਿਨਾਂ ਅੰਦਰ ਹੁੰਦੇ ਐਗਜ਼ਾਮ ਹੁੰਦੇ ਨੇ, ਇੱਥੇ ਭਾਵੇਂ ਨਾਲ ਦੀ ਨਾਲ ਹੀ ਸਭ ਕੁਝ ਚੱਲਦਾ ਹੈ, ਪਰ ਫਿਰ ਵੀ ਜਿਨ੍ਹਾਂ ਦਿਨਾਂ ਅੰਦਰ ਬੱਚਿਆਂ ਦੇ ਹਿੰਦੁਸਤਾਨ ਦੇ ਅੰਦਰ ਤੁਸੀਂ ਸਾਰੇ ਰਹਿ ਕੇ ਆਇਓ, ਜਿਨ੍ਹਾਂ ਦਿਨਾਂ 'ਚ ਇਮਤਿਹਾਨ ਹੁੰਦੇ ਨੇ, ਗੁਰਦੁਆਰਿਆਂ ਸਾਹਿਬ ਦੇ ਅੰਦਰ ਤੁਸੀਂ ਵੇਖੋ ਬੱਚਿਆਂ ਦੀ ਲਾਈਨ ਲੱਗੀ ਹੁੰਦੀ ਹੈ ਮੱਥਾ ਟੇਕਣ ਵਾਲਿਆਂ ਦੀ। ਵਿਚਾਰਿਆਂ ਨੇ ਵਰਦੀਆਂ ਪਾਈਆਂ ਹੁੰਦੀਆਂ ਨੇ, ਇੱਕ ਤੋਂ ਬਾਅਦ ਦੂਜਾ ਲਾਈਨ ਲੱਗੀ ਹੁੰਦੀ ਹੈ, ਗੁਰਦੁਆਰਾ ਸਾਹਿਬ ਭਰਿਆ ਹੁੰਦਾ ਹੈ। ਉਹ ਵਿਚਾਰੇ ਇਸੇ ਚਿੰਤਾ ਅੰਦਰ ਆ ਕੇ ਗੁਰੂ ਕੋਲੋਂ ਮੰਗ ਕਰਦੇ ਨੇ ਵੀ ਮਹਾਰਾਜ ਸਾਨੂੰ ਕਿਰਪਾ ਕਰੀਏ, ਸਾਡਾ ਇਮਤਿਹਾਨ ਪਾਸ ਹੋ ਜਾਈਏ। ਚਿੰਤਾ ਹੈ ਨਾ ਉਹਨਾਂ ਨੂੰ। ਜੇ ਇਹ ਚਿੰਤਾ ਉਹਨਾਂ ਨੂੰ ਨਾ ਹੋਵੇ ਤਾਂ ਉਹ ਵੀ ਜ਼ਰੂਰ 2 ਘੜੀਆਂ ਹੋਰ ਸੌਂ ਕੇ ਆਪਣਾ ਟਾਈਮ ਮਜ਼ੇ ਨਾਲ ਗੁਜ਼ਾਰ ਸਕਦੇ ਨੇ। ਜੇ ਕੋਈ ਪੁੱਛ ਕਰੇ ਵੀ ਬੱਚਿਓ ਤੁਸੀਂ ਤੇ ਛੋਟੀ ਉਮਰ 'ਚ ਤੁਹਾਨੂੰ ਕਾਹਦੀ ਚਿੰਤਾ ਹੈ, ਤੁਸੀਂ ਕਿਉਂ ਮੁਸੀਬਤ ਪਏ ਹੋਏ ਹੋ? ਪਰ ਨਹੀਂ, ਉਹਨਾਂ ਨੂੰ ਆਪਣਾ ਜੀਵਨ ਅਗਲਾ ਸਾਰੇ ਦਾ ਸਾਰਾ ਜੀਵਨ ਇਹਦੇ ਉੱਤੇ ਹੀ ਦਿਸਦਾ ਵੀ ਇਹ ਸਾਡਾ ਇਹ ਮਹਿਲ ਜਿਹੜਾ ਅੱਗੇ ਖਲੋਣਾ ਨਾ, ਜਾ ਕੇ ਜਿਹੜਾ ਮਹਿਲ ਉਸਾਰਨਾ ਅਸੀਂ ਜੀਵਨ ਦੇ ਵਿੱਚ, ਉਹ ਮਹਿਲ ਦੀ ਨੀਂਹ ਅਸੀਂ ਹੁਣ ਹੀ ਰੱਖ ਰਹੇ ਹਾਂ। ਜੇ ਆ ਨੀਹਾਂ ਕੱਚੀਆਂ ਹੋ ਗਈਆਂ ਤੇ ਮਹਿਲ ਨਹੀਂ ਉਸਰਨਾ ਉੱਤੇ। ਚਿੰਤਾ ਹੈ। ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ, ਕਾਰਾ ਤੁਝੇ ਨਾ ਵਿਆਪੇ, ਨਾਨਕ ਮਿਟੇ ਉਪਾਦ। ਉਪਾਦ ਆਖਦੇ ਨੇ ਮੁਸੀਬਤ, ਉਹ ਮੁਸੀਬਤ ਜਿਸ ਦਾ ਕਿਸੇ ਵੇਲੇ ਮਨੁੱਖ ਨੂੰ ਗਿਆਨ ਨਹੀਂ ਹੁੰਦਾ। ਕੁਝ ਮੁਸੀਬਤਾਂ ਐਸੀਆਂ ਨੇ ਜਿਹੜੀਆਂ ਸਾਹਮਣੇ ਕਿਸਮਤ ਹਵਾ ਚੱਲਦੀ ਹੋਵੇ ਬੜੀ ਤੇਜ਼, ਤੇ ਬੰਦੇ ਪ੍ਰਬੰਧ ਕਰਦੇ ਨੇ ਵੀ ਤੂਫਾਨ ਬੜਾ ਆ ਰਿਹਾ, ਵੀ ਗੱਡੀ ਲੈ ਕੇ ਬਾਹਰ ਨਹੀਂ ਜਾਣਾ, ਦਿਸਦਾ ਨਾ ਪਿਆ। ਪਰ ਕੁਝ ਵਾਰ ਤਾਂ ਕਿਸੇ ਵਕਤ ਐਸੀਆਂ ਮੁਸੀਬਤਾਂ ਆ ਖਲੋਂਦੀਆਂ ਨੇ ਜਿਨ੍ਹਾਂ ਦਾ ਮਨੁੱਖ ਨੂੰ ਗਿਆਨ ਚੇਤਾ ਵੀ ਨਹੀਂ ਹੁੰਦਾ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਨੇ, ਉਹ ਕਿਸੇ ਇੱਕ ਰੂਪ ਅੰਦਰ ਨਹੀਂ, ਸੰਸਾਰ ਅੰਦਰ ਉਹਨਾਂ ਦੇ ਪਤਾ ਨਹੀਂ ਕਿਤਨੇ ਵਿਕਰਾਲ ਰੂਪ ਨੇ ਔਰ ਕਿਤਨੇ ਅਜੀਬ ਕਿਸਮ ਦੇ ਰੂਪ ਨੇ ਜਿਹੜੇ ਸਾਹਮਣੇ ਆ ਖਲੋਤੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ, ਕਾਰਾ ਤੁਝੇ ਨਾ ਵਿਆਪੇ, ਨਾਨਕ ਮਿਟੇ ਉਪਾਦ। ਤੇ ਪੌੜੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਨੇ, ਚੱਜਾ ਝੂਰਨ ਮਿਟੇ ਤੁਮਹਾਰੋ, ਤੇਰਾ ਝੋਰਾ ਮਿਟ ਸਕਦਾ ਹੈ, ਪਰ ਕਿਵੇਂ ਮਿਟੇਗਾ? ਕਹਿੰਦੇ ਰਾਮ ਨਾਮ ਸਿਉ ਕਰ ਵਿਵਹਾਰ।
परमेश्वर अकाल पुरख वाहिगुरू दे राम दे नाम, परमेश्वर दे नाम दे नाल, उस वाहिगुरू दे नाम दे नाल अपना व्यवहार बन सौदा उहदे नाल कर। सतगुरु जी ने बाणी अंदर से करके एक भजन आखे ने, भगत कबीर जी ने कहते ने कि नहीं बंजिया कांसी ताबा कि नहीं लौंग सुपारी, कहते संतो बंजिया नाम गोबिंद का ऐसी खेप हमारी। कहते साड़ी तो यह सौदा पति है, असी तो यह वणज व्यापार कर रहे हैं। किते ऐसा ना सोचना बाकी के वणज व्यापार करने बंद कर दईए। बाबे नानक का पावन पवित्र प्रकाश दिहाड़ा है, अगले वीरवार आ रहा जी। सतगुरु पातशाह जी ने किसी किरत नूं ना माड़ा आखिया ना उन्होंने छड्डण लई कहा। किरत सब उत्तम है जो भी कोई करता है किसी प्रकार की, बस वो किरत सुची होवे, उसे अंदर झूठ ना रला होवे, झूठ दे झूठ ना होवे। जिस किरत दे अंदर झूठ दे झूठ आ जाए ना, वो किरत अंदर बेबरकती हो जाती है, उसके अंदर बरकत नहीं रहती। वो जितना आता है वो दुगना लैके चलिया जाता है। इस करके गरीबनवाज पातशाह जी ने आख्या, कहने लगे किरत बिरत सिख ने करनी ही करनी है, पर उस किरत दे करदियां करते नूं नाल चेते करके याद करके तुरना। जदों किरत करे ते करता ना भुले, किरत ते करता दोवें तेरे कोल, किरत भी होवे करता भी होवे। जे किरत विचों करता निकल जाए तो एक गल याद रखी, कहते फिर तू भी नहीं होवेगा। आखिर असी भी किरत हाँ, उसकी असी परमेश्वर की किरत हाँ, उहदे कीते होए हाँ, उहदे बनाए होए हाँ। ये सारिया किरतां जितनियां ने वो परमेश्वर ने सानू दित्तियां ने जीवन व्यतीत करने वास्ते, ताकि असीं उहनां नाल अपना जीवन निर्वाह कर सकीए। इस करके असीं करते दी किरत हाँ, ते सानू करता भी चेते होना चाहिए। ते गरीबनवाज पातशाह जी ने आख्या, कहंदे ने जी पातशाह ये मनुख नूं मुश्किल की है, अड़चन किहड़ी है? कहंदे जाके हृदय होत भाव पिया, पिया कहंदे दूसरे को होर कोई, कहंदे जिहदे हिरदे दे अंदर कुछ होर भाव चलदा होवे, होर भाव चलदा होवे, कुछ होर ही गिणतियां मिणतियां चलदियां हो। ते गरीबनवाज पातशाह जी ने आखिया, उस मनुख नूं होर भाव तो बाहर कट के जेड़ा मनुख अपना जीवन नूं बतीत करे, ते उसदे जितने भी पाप रूप दुख ने ना, दुख दे पाप बड़े आपस में बड़ी साझ है इन्हां दी, बड़ा नेड़े दा रिश्ता है इन्हां दा। पाप दुखां नूं पैदा करदे ने। इस करके सतगुरु पातशाह जी कहते हैं, झरे कसमल पाप तेरे मनुआ, तेरे मन दे विचों, क्योंकि मन च पैदा होंदे ने ना, पहला मन कल्पना करता है, मन च उत्पन्न होंदे ने, शरीर ते फिर विचारा उन्हां दी पूर्ति करता है। पाप मन विच उत्पन्न होंदे ने, मन च पनपदे ने, ख्याल विच आउंदे ने, पहला पूर्ति शरीर करता है फिर उन्हां दी। इस करके सतगुरु पातशाह जी कहते हैं, वो चढ़ जाणगे, वो नहीं रहणगे तेरे नाल। जी मैं किथों प्राप्त करा ये मत, आखिर ये मत लेनी पवेगी ना, किसी स्कूल तो जाके पढ़ना ही पवेगा ना, किधरे जाके, किधरे तो आखिर डिग्री लैण वास्ते किते ना किते तो दाखला लेना ही पवेगा ना। केवल दाखला नहीं, फिर पढ़ाई भी करनी पवेगी। आ पिछले कल की गल है, मेरे नाल एक सज्जन, असीं किसी समागम ते इकट्ठे होए, प्यार करता सी बड़ा, मेरे को आ गया, कहने लगा ज्ञानी जी एक चीज़ मैं बड़ी देर तो सोचता आ रहा भी तुहाडे कोलों किसी वेले पुछांगा, पर कदे मौका नहीं बनता। अज कुदरती असीं इकट्ठे प्रसादा छकण लग पे, ते मैनूं कहंदा जी कोई ऐसा मंत्र दसो भी जिहदे नाल मन बस विच हो जाए, आ मन दौड़दा जिहड़ा ना, ये मन बस विच हो जाए, कोई मंत्र। मैं थोड़ी देर सोचने तो बाद उन्होंने जवाब दिता, मैं क्या जी ये मंत्रा वाली जी कहानी है ना, सिखा च बड़ी जी मंत्र सिखा में है नहीं, पर बढ़ गई है, हम की करिए, कढ़िए किस तरह बाहर।
मैं क्या जी जे कोई ऐसा मंत्र होवेगा ਤਾਂ ਕਿਸੇ ਬੱਚੇ ਨੂੰ ਸਕੂਲ ਵਿੱਚ ਜਾ ਕੇ ਪੜ੍ਹਨ ਦੀ ਲੋੜ ਨਹੀਂ, ਉਹ ਮੰਤਰ ਜਪੇ ਤੇ ਉਸ ਮੰਤਰ ਨਾਲ ਆਖੇ ਜੀ ਮੈਂ ਪਾਸ ਹੋ ਜਾਵਾਂ। ਮੈਂ ਕਿਹਾ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ, ਜਿਹੜਾ ਵੀ ਤੁਹਾਡਾ ਕੀਤਾ ਹੈ, ਤੁਸੀਂ ਇਸ ਤਰ੍ਹਾਂ ਕਰੋ, ਮੈਂ ਤੁਹਾਨੂੰ ਮੰਤਰ ਦੇ ਦੇਣਾ, ਤੁਸੀਂ ਜਾ ਕੇ ਉਹਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਕੰਮ ਨਹੀਂ ਕਰਨਾ, ਇਹ ਯਾਦ ਰੱਖਿਓ। ਉਹ ਮੰਤਰ ਨਾਲ ਤੁਹਾਡਾ ਕੰਮ ਚੱਲੇਗਾ। ਚਲਾਓਗੇ ਤੁਸੀਂ? ਕਹਿੰਦਾ ਜੀ ਕੰਮ ਤੇ ਕਰਨਾ ਹੀ ਪਵੇਗਾ ਆ ਕੇ। ਮੈਂ ਕਿਹਾ ਐਸਾ ਕੋਈ ਮੰਤਰ ਅੱਜ ਤੱਕ ਨਹੀਂ ਬਣਿਆ, ਨਾ ਕੋਈ ਬਣਾ ਸਕਦਾ ਹੈ। ਭਗਤ ਕਬੀਰ ਜੀ ਦੀ ਪਵਿੱਤਰ ਮੁਬਾਰਕ ਬਾਣੀ ਪੜ੍ਹਦੇ ਹੋ ਤੁਸੀਂ, ਮਾਂ ਵਿਚਾਰੀ ਆਖਦੀ ਪਈ ਹੈ, ਕਹਿੰਦੀ ਹੈ ਵੀ ਤਨਨਾ ਬੁਨਨਾ ਤਜਿਓ ਹੈ ਕਬੀਰ। ਪਰ ਕਬੀਰ ਜੀ ਤੇ ਆਖਦੇ ਨੇ ਆਪਣੀ ਬਾਣੀ ਅੰਦਰ ਹੀ, ਮਾਂ ਸੋਚਦੀ ਐਸਾ ਵੀ ਜਿਹੜਾ ਟਾਈਮ ਇਹਦੇ ਕੋਲ ਵਿਹਲਾ ਹੁੰਦਾ ਹੈ ਉਹ ਪਰਮੇਸ਼ਰ ਦਾ ਨਾਮ ਜਪਦਾ ਹੈ। ਐਸਾ ਨਹੀਂ ਵੀ ਉਹਨੇ ਬਿਲਕੁਲ ਛੱਡ ਹੀ ਦਿੱਤਾ ਹੈ, ਬਿਲਕੁਲ ਨਹੀਂ ਛੱਡਿਆ, ਪਰ ਜਿਹੜਾ ਥੋੜਾ ਬਹੁਤਾ ਉਹ ਟਾਈਮ ਵਿੱਚੋਂ ਕੱਢ ਕੇ ਪਰਮੇਸ਼ਰ ਦਾ ਨਾਮ ਜਪਦਾ ਤਾਂ ਮਾਂ ਉਹਦੇ ਤੇ ਵੀ ਤਰਾਜ ਕਰਦੀ ਹੈ। ਪਰ ਭਗਤ ਕਬੀਰ ਜੀ ਆਖਦੇ ਨੇ, ਕਹਿੰਦੇ ਨੇ, ਪੰਡਤ ਨੂੰ ਕਹਿੰਦੇ ਨੇ, ਜਿਹੜਾ ਸੂਤ ਤੂੰ ਗਲ ਵਿੱਚ ਪਾ ਕੇ ਆਪਣੇ ਆਪ ਨੂੰ ਉੱਤਮ ਪਿਆ ਮੰਨਦਾ ਨਾ, ਕਹਿੰਦਾ ਉਸ ਸੂਤ ਦੇ ਤਾਣੇ ਮੇਰੇ ਘਰ ਤਣੇ ਹੋਏ ਨੇ, ਮੈਂ ਉਹੀ ਕੰਮ ਕਰਦਾ ਸਾਰੀ ਦਿਹਾੜੀ। ਹਮ ਕਰ ਸੂਤ ਤਨੈ ਦਿਨ ਤਾਨਾ ਕੰਠ ਜਨੇਊ ਤੁਹਾਰੇ, ਤੇਰੇ ਗਲ ਵਿੱਚ ਤੱਕ ਇੰਨਾ ਕੁ ਜਨੇਊ ਹੈ, ਮੈਂ ਤੇ ਰੋਜ਼ ਹੀ ਤਾਣਾ ਬਾਣਾ ਪਿਆ ਕਰਦਾ। ਮੈਂ ਤੇ ਇੰਨਾ ਨਾ ਸੂਤ ਰੋਜ਼ ਕੱਤਦਾ ਤੇ ਰੋਜ਼ ਉਸਦੇ ਉੱਤੇ ਬੁਰਸ਼ ਫੇਰ ਕੇ ਤੇ ਉਹਦੇ ਮੈਂ ਕੱਪੜੇ ਪਿਆ ਬੁਣਦਾ। ਪਾਓਗੇ ਕਬੀਰ ਜੀ ਕੰਮ ਕਰਦੇ ਸਨ। ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ, ਪਰ ਉਹ ਭਗਤ ਇਤਨੇ ਉੱਚੇ ਭਗਤ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਹਾੜੇ ਦਾ ਦਿਨ ਹੈ ਤੇ ਭਗਤ ਨਾਮਦੇਵ ਜੀ ਨੂੰ ਭਗਤ ਤਰਲੋਚਨ ਜੀ ਸਵਾਲ ਕਰਦੇ ਨੇ ਤੇ ਸਵਾਲ ਕਰਨ ਲੱਗਿਆ ਆਖਦੇ ਨੇ, ਕਹਿੰਦੇ ਨੇ, ਨਾਮਾ ਮਾਇਆ ਮੋਇਆ ਕਹਿ ਤਰਲੋਚਨ ਵੀਰ। ਤਰਲੋਚਨ ਨੇ ਸੁਣਿਆ ਸੀ ਨਾਮਦੇਵ ਜਿਹੜਾ ਹੈ ਨਾ ਬੜਾ ਵੱਡਾ ਭਗਤ ਹੈ, ਰੱਬ ਦੀ ਭਗਤੀ ਕਰਦਾ ਹੈ, ਚਲੋ ਮਿਲ ਕੇ ਆਈਏ, ਵੇਖ ਕੇ ਆਈਏ। ਉਹ ਅੱਗੇ ਗਏ ਤੇ ਕੀ ਹੈ, ਛੀਵੇਂ ਸਨ, ਜਾਤ ਕਰਕੇ ਤੇ ਕੰਮ ਸੀ ਉਹਨਾਂ ਦਾ ਕੱਪੜੇ ਛਾਪਣੇ, ਕੱਪੜਿਆਂ ਦੇ ਛਾਪੇ ਲਾਣੇ, ਤੇ ਹੋ ਗਏ ਆਪਣੇ ਕੰਮ ਤੇ ਲੱਗੇ ਹੋਏ। ਤੇ ਤਰਲੋਚਨ ਨੇ ਜਾ ਕੇ ਵੇਖਿਆ, ਬੜਾ ਹੈਰਾਨ ਹੋਇਆ, ਕਹਿਣ ਲੱਗਾ ਬੜਾ ਸੁਣਿਆ ਜੀ ਬੜਾ ਵੱਡਾ ਭਗਤ ਹੈ, ਆਪਣੇ ਕੰਮ ਤੇ ਲੱਗਾ ਹੋਇਆ। ਉਹ ਕਿੰਨੀ ਦੇਰ ਬੈਠੇ ਰਹੇ ਤੇ ਉਹਨਾਂ ਨੇ ਆਪਣੇ ਕੰਮ 'ਚ ਹੀ ਬਿਲਕੁਲ ਉਸੇ ਵਿੱਚ ਹੀ ਮਸਤ। ਥੋੜੀ ਬਹੁਤੀ ਆਓ ਭਗਤ ਕੀਤੀ, ਪੁੱਛਿਆ ਭਾਲਿਆ, ਜਲ ਪਾਣੀ ਪੁੱਛਿਆ, ਫਿਰ ਆਪਣੇ ਕੰਮ 'ਚ ਲੱਗ ਗਏ। ਉਹ ਸੋਚਦਾ ਵੀ ਇਹ ਨਾਮ ਕਦੋਂ ਜਪਦਾ ਹੈ, ਸੁਣੀਦਾ ਵੀ ਅੱਠੇ ਪੈਰ ਨਾਮ 'ਚ ਰਹਿੰਦਾ ਹੈ, ਅੱਠੇ ਪੈਰ ਨਾਮ ਜਪਦਾ ਹੈ, ਇਹ ਤਾਂ ਕੰਮ ਤੋਂ ਹੀ ਹਟਦਾ ਪਿਆ। ਕਹਿੰਦੇ ਨਾਮਾ ਮਾਇਆ ਮੋਇਆ ਕਹਿਤ ਲੋਚਨ ਮੀਤ ਕਾਹੇ ਛੀਪੋ ਛਾਏ ਲੋ ਰਾਮ ਨਾ ਲਾਵੋ ਜੀਤ। ਇਹ ਸਾਰਾ ਦਿਨ ਕੰਮਕਾਰ ਕਰਦਾ ਹੈ, ਰਾਮ ਤੇ ਜਪਦਾ ਹੀ ਨਹੀਂ ਹੈ, ਪਰਮੇਸ਼ਰ ਤੇ ਜਪਦਾ ਹੀ ਨਹੀਂ ਹੈ। ਤੇ ਬੜਾ ਖੂਬਸੂਰਤ ਜਵਾਬ ਦਿੱਤਾ ਭਗਤ ਜੀ ਨੇ। ਅੱਗੋਂ ਆਖਣ ਲੱਗੇ, ਕਹਿਣ ਲੱਗੇ, ਨਾਮਾ ਕਹਿਤ ਲੋਚਨਾ, ਭਗਤ ਕਬੀਰ ਜੀ ਦੇ ਸ਼ਬਦ ਜੇ ਇਹ ਵਾਰਤਾਲਾਪ ਦੋਵਾਂ ਭਗਤਾਂ ਦੀ ਭਗਤ ਕਬੀਰ ਜੀ ਨੇ ਲਿਖੀ ਆਪਣੇ ਸ਼ਲੋਕਾਂ ਅੰਦਰ। ਕਹਿੰਦੇ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥ ਪੈਰ ਤੇਰੇ ਕੰਮ ਕਰਨ, ਜਿੱਦ ਤੇਰਾ ਪਰਮੇਸ਼ਰ ਨਾਲ ਹੋਵੇ। ਤੇ ਸਤਿਗੁਰ ਬਾਦਸ਼ਾਹ ਜੀ ਇਹ ਦਾਤ ਜਿਹੜੀ ਤੁਸੀਂ ਆਖਦੇ ਹੋ ਮੈਂ ਕਿੱਥੋਂ ਲਵਾਂ, ਕਿਸ ਤਰ੍ਹਾਂ ਪ੍ਰਾਪਤ ਹੋਵੇ? ਮੇਰੇ ਪਾਪ ਝੜ ਜਾਣ ਸਾਰੇ, ਕਿਸ ਤਰ੍ਹਾਂ ਝੜਨ? ਤੇ ਬਚਨ ਆਖਿਆ ਸਤਿਗੁਰ ਪਾਤਸ਼ਾਹ ਜੀ ਨੇ, ਕਹਿੰਦੇ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ। ਕਹਿੰਦੇ ਜੇ ਅੰਮ੍ਰਿਤ ਰੂਪੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੇ ਕਥਾ ਨੂੰ ਸਤ ਸੰਗਤ ਵਿੱਚ ਮਿਲ ਕੇ ਬਹਿ ਕੇ ਤੂੰ ਸੁਣਨਾ ਕਰੇ, ਤੈਨੂੰ ਸੁਣਨ ਨੂੰ ਮਿਲ ਜਾਏ ਤਾਂ ਉਹਦੇ ਨਾਲ ਕੀ ਹੋਵੇਗਾ? ਝੜ ਜਾਣਗੇ ਕਾਮ ਕ੍ਰੋਧ ਦੁਸ਼ਟਾਈ। ਇਹ ਜਿਹੜੇ ਕਾਮ ਕ੍ਰੋਧ ਦੁਸ਼ਟ ਨੇ ਨਾ, ਇਹ ਤੇਰੇ ਝੜ ਜਾਣਗੇ। ਬਾਕੀ ਦੇ ਹੋਰ ਜਿਤਨੇ ਵੀ ਤੇਰੇ ਤੇ ਇਹ ਦੁਸ਼ਟ ਤੇਰੇ ਤੇ ਤੁਰੇ ਫਿਰਦੇ ਨੇ ਨਾ, ਇਹ ਸਾਰੇ ਝੜ ਜਾਣਗੇ। ਜੀ ਕਿਹਨੂੰ ਪ੍ਰਾਪਤ ਹੁੰਦੀ ਹੈ ਇਹ ਦਾਤ? ਨਾਨਕ ਜਾਪੋ ਕਿਰਪਾ ਗੁਸਾਈ, ਜਿਹਦੇ ਉੱਤੇ ਉਸ ਗੁਸਾਈ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਏ। ਬਸ
इस करके मत किते ऐसा सोचना भी कोई ऐसा मंत्र मिल जाए बस जिस मंत्र नाल साडे काम होने शुरू हो जाए। मैं अगे भी एक दिन बेनती की थी, सतगुर बादशाह जी की बाणी ने फैसला किया है, कोई मुगल ना होवा अंधा किने ना परचा लाया, इस मंत्र ना कुछ नहीं होना। हाँ, गुरबाणी सानू इसलिए प्राप्त हुई है कि इतनी बाणी लिखण की लोड़ ही किसी महाराज नूं, एवें इतना डंडा किया महाराज ने, इतना बड़ा ग्रंथ लिखे है, 1430 पन्ने साढ़े पास ने सतगुरु जी की बाणी दे। भी सतगुरु पातशाह कोई एवं कोई भुलेखे थोड़ा सर भी चलो लिखी गए, उन्होंने कोई वेल सी वेले लगे रहे इस पासे बेचारे, नहीं, ये सारी बाणी साडे वास्ते जीवन राह दसदी है। सानू एक एक अखर बाणी का साडे जीवन का राह सानू दसदा है भी असीं जीवन किस तरह बतीत करना है, जीवन किवें गुजारना है, जीवन नूं किवें सुधारना है। इस करके बाणी साडे जीवन च गुण पैदा करने वास्ते। इस करके मैं क्या मित्रा प्यारिया, बाणी पढ़ो, फिर उस बाणी नूं विचारो, फिर जो बाणी आखदी है, जो बाणी कहती है, उसनूं अपने जीवन अंदर कोशिश करो भी वध तो वध उस बाणी दे राही अपना जीवन बतीत करी। जो बाणी सानूं कहदी है, जो गुर कहे सोई भर मानो वाली गल जी असीं नाल दी नाल कोशिश करके करते जावांगे तो जरूर साडा मन काबू च हो जाएगा। मंत्र किसी नाल काबू नहीं होना, लिखे च ना रहो, कोई ऐसा मंत्र नहीं। बस केवल ते केवल गुरु की बाणी नूं समझना, बाणी नूं पढ़ना, इसनूं समझना और इसनूं समझ के अपने मन अंदर धारण करना, फिर जिहड़ा है मन फिर काबू च आवेगा, नहीं तो नहीं हो सकता। इस करके सतगुरु पातशाह जी ने आख्या वो किवें हो सकता है, तो सतगुरु गरीब नवाज पातशाह जी ने आख्या, कहने लगे शुरुआत कर अपनी सुबह तो इस प्रकार की, इस गल की अपनी सुबह का शुरू कर, अमृत वेले तो चल आगे उठ, नाम जप, फिर कहते निसबासर आरा, दिन रात उसनूं चेते कर, दिन रात चेते कर, दिन रात उसके नाल अपना मन जोड़, दिन रात अपना मन जोड़ेगा, फिर कारा तुझे न व्यापे, फिर चिंता तेनू नहीं व्यापेगी। फिर चिंता किसनूं होएगी जी महाराज, मेरी चिंता का कौन जिम्मेवार होएगा? फिर कहते फिर चिंता तो सही है, तुम चिंता होएगी। आओ सारी कृपा करो, पवित्र शब्द दी पंक्तियां पढ़ लवा। सरदार गुरचरण सिंह जी राठौर जी ने सहज पाठ साहब जी कीते हुए समाप्ति करनी है, तो तुरंत अरदास बेनती होगी। सारे ये पवित्र पंक्तियां एक बारी मिलकर पढ़ने की कृपालता कर रहा हूं। निसबासर आराध, निसबासर